ਹਰ ਜਿਉ ਨਿਮਾਣਿਆ ਤੂੰ ਮਾਣ, ਨੀ ਚੀਜ਼ਿਆਂ ਚੀਜ਼ ਕਰੇ ਮੇਰਾ ਗੋਵਿੰਦ। ਤੇਰੀ ਕੁਦਰਤ ਕੋ ਕੁਰਬਾਨ, ਹਉ ਆਇਆ ਦੂਰੋਂ ਚੱਲ ਗਏ। ਮੈਂ ਤੱਕੀ ਤੋ ਸਰਣਾਏ ਜਿਉ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਉ। ਸੋ ਕਹੁ ਟਲ ਗੁਰ ਸੇਵੀਐ, ਅਹਰਨਿਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਵਾਹਿਗੁਰੂ ਸਾਹਿਬ ਜੀਓ, ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਰਤ ਫਿਰੇ ਬਨ ਭੇਖ, ਮੋਹਨ ਰਤ ਨਿਰਾਰ। ਕਰਤ ਫਿਰੇ ਬਨ ਭੇਖ, ਮੋਹਨ ਰਤ ਨਿਰਾਰ। ਰਹਾਉ ਕਥਨ ਸੁਨਾਵਨ ਗੀਤ ਨੀਕੇ ਗਾਵਨ, ਮਨ ਮਹਿ ਧਰਤੇ ਗਾਰ। ਅਤ ਸੁੰਦਰ ਬਹੁ ਚਤੁਰ ਸਿਆਨੇ, ਵਿਦਿਆ ਰਸਨਾ ਚਾਰ। ਮਾਨ ਮੋਹ ਮੇਰ ਤੇਰ ਵਿਵਰਜਿਤ, ਇਹੋ ਮਾਰਗ ਖੰਡੇ ਧਾਰ। ਕਹੋ ਨਾਨਕ ਤਿਨ ਭਵ ਜਲ ਤਰਿਅਲੇ, ਪ੍ਰਭ ਕਿਰਪਾ ਸੰਤ ਸੰਘਾਰ। ਮਾਨ ਮੋਹ ਮੇਰ ਤੇਰ ਵਿਵਰਜਿਤ, ਇਹੋ ਮਾਰਗ ਖੰਡੇ ਧਾਰ। ਕਹੋ ਨਾਨਕ ਤਿਨ ਭਵ ਜਲ ਤਰਿਅਲੇ, ਪ੍ਰਭ ਕਿਰਪਾ ਸੰਤ ਸੰਘਾਰ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ, ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਬੜਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤਮਸਤਕ ਹੋ, ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ
ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰੂ ਚਰਨਾਂ ਵਿੱਚ ਕਰੀਏ ਅਰਦਾਸ ਬੇਨਤੀ, ਲਵਾਈਏ ਹਾਜ਼ਰੀ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰੀਏ। ਜਿਤਨੇ ਵੀ ਸਰੀਰ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਜਾਂ ਦੂਰ ਨੇੜ ਬੈਠੇ ਆਵਾਜ਼ ਸੁਣ ਰਹੇ ਹੋ, ਇਕਾਗਰਤਾ ਬਣਾਓ। ਗੁਰੂ ਚਰਨਾਂ ਦਾ ਧਿਆਨ ਧਰ। ਪ੍ਰੇਮ ਸਤਿਕਾਰ ਦੇ ਨਾਲ ਦੋਨੋਂ ਹੱਥ ਜੋੜ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਵਾਹਿਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬੇਅੰਤ ਬੇਅੰਤ ਕਿਰਪਾ, ਜੋ ਕਿ ਅੰਮ੍ਰਿਤ ਵੇਲੇ ਦੀ ਦਾਤ ਗੁਰੂ ਸਾਹਿਬ ਸਾਨੂੰ ਬਖਸ਼ ਕੇ ਨਿਵਾਜਦੇ ਹਨ। ਪਹਿਲਾਂ ਵੀ ਅਕਸ਼ਰੇ ਵਿਚਾਰ ਕਰਦੇ ਹਾਂ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਦਿਨ ਭੇਟਤ ਦੁਰਮਤ ਖੋਈ। ਉਹ ਜੀਵ, ਉਹ ਸਰੀਰ, ਉਹ ਪ੍ਰਾਣੀ ਵੱਡੇ ਭਾਗਾਂ ਵਾਲੇ ਹਨ, ਜੋ ਸਤ ਸੰਗਤ ਦੇ ਵਿੱਚ ਬਹਿ ਕਰਕੇ ਗੁਰੂ ਵਿਚਾਰ ਸੁਣ ਕੇ ਆਪਣੇ ਜੀਵਨ ਵਿੱਚ ਕਮਾਉਂਦੇ ਹਨ। ਨਹੀਂ ਤਾਂ ਸੰਗਤ ਜੀ, ਗੁਰੂ ਘਰ ਦੀ ਕੰਧ ਨਾਲ ਕੰਧ ਹੋਵੇ, ਇੱਥੋਂ ਤੱਕ ਵੀ ਹੋ ਜਾਂਦਾ ਗੁਰੂ ਘਰ ਦੇ ਅੰਦਰ ਰਹਿਣ ਵਾਲੇ ਵੀ ਅੰਮ੍ਰਿਤ ਵੇਲਾ ਗਵਾ ਲੈਂਦੇ ਨੇ। ਅਤੇ ਕਈ ਐਸੇ ਵੀ ਜਗਤ ਵਿੱਚ ਪੈਦਾ ਹੋਏ ਨੇ ਜਿਨ੍ਹਾਂ ਨੂੰ ਲੱਗਣ ਲੱਗ ਗਈ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿੱਤੀ। 3-4 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ, ਠੰਡ ਹੈ ਜਾਂ ਗਰਮੀ ਹੈ, ਤਾਂ ਵੀ ਆਪਣੇ ਗੁਰੂ ਦੇ ਦੀਦਾਰ ਦਰਸ਼ਨ ਸਤਸੰਗਤ ਦੇ ਵਿੱਚ ਜਾ ਕੇ ਹਾਜ਼ਰੀ ਲਵਾਉਂਦੇ ਨੇ। ਇਹ ਆਪ ਆਪਣੀ ਬੁੱਧ ਹੈ ਜੀਤੀ ਵਾਲੀ ਗੱਲ ਹੈ ਵੀ ਜਿਹਨੂੰ ਜਿੰਨੀ ਮਾਲਕ ਨੇ ਸਮਝ ਬਖਸ਼ੀ ਹੈ ਉਨੀ ਕੁ ਮਤ ਵਰਤ ਕੇ ਆਪਣੀ ਸਮਝ ਤੋਂ ਕੰਮ ਲੈਂਦਾ ਹੈ। ਨਹੀਂ ਸੰਗਤ ਜੀ, ਸਭ ਤੋਂ ਵੱਧ ਜ਼ਿੰਦਗੀ ਦੇ ਵਿੱਚ ਬਹਾਨੇਬਾਜ਼ੀਆਂ ਇਹ ਹੁੰਦੀਆਂ ਨੇ ਜੀ, ਦੇਖੋ ਗੁਰੂ ਦੀ ਤਾਂ ਸਾਡੇ 'ਤੇ ਕਿਰਪਾ ਹੀ ਨਹੀਂ, ਅਸੀਂ ਗੁਰੂ ਘਰ ਕਿਵੇਂ ਜਾਈਏ, ਕੰਮ ਹੀ ਨਹੀਂ ਮੁੱਕਦੇ, ਆਹ ਕਰਨਾ ਹੁੰਦਾ, ਇੰਨੇ ਵਜੇ ਆਹ ਕਰਨਾ ਹੁੰਦਾ। ਭਾਵ ਜੇ ਜੀਵਨ ਦੇ ਵਿੱਚ ਇੱਕ ਨੇਮ ਨਹੀਂ ਬਣਾਇਆ, ਅੰਮ੍ਰਿਤ ਵੇਲੇ ਦਾ ਨਹੀਂ ਬਣਾਇਆ ਵੀ ਇੰਨੇ ਵਜੇ ਮੈਂ ਪਾਠ ਵੀ ਕਰਨਾ ਹੁੰਦਾ ਹੈ, ਇੰਨੇ ਵਜੇ ਮੈਂ ਗੁਰੂ ਘਰ ਜਾਣਾ ਹੁੰਦਾ। ਜੇ ਜ਼ਿੰਦਗੀ ਵਿੱਚ ਨੇਮ ਨਹੀਂ ਬਣਾਉਂਦੇ ਤਾਂ ਇਹ ਨਹੀਂ ਬਣਾਉਂਦੇ, ਬਾਕੀ ਸਾਰੇ ਟਾਈਮ ਟੇਬਲ ਬਣੇ ਹੋਏ ਨੇ, ਕਿੰਨੇ ਵਜੇ ਖਾਣਾ, ਕਿੰਨੇ ਵਜੇ ਪੀਣਾ, ਕਿੰਨੇ ਵਜੇ ਕਿਹੜੀ ਦਵਾਈ ਲੈਣੀ ਹੈ, ਕਿੰਨੇ ਵਜੇ ਕਿਹੜੇ ਕੰਮ ਨੂੰ ਜਾਣਾ, ਸਭ ਟਾਈਮ ਟੇਬਲ ਦੇ ਹਿਸਾਬ ਨਾਲ ਹਰ ਬੰਦਾ ਬਣਾਈ ਬੈਠਿਆ। ਜੇ ਕੋਈ ਟਾਈਮ ਟੇਬਲ ਨਹੀਂ ਬਣਿਆ ਤਾਂ ਧਰਮ ਦੇ ਖਾਤਰ, ਧਰਮ ਦੇ ਕਰਮ ਖਾਤਰ ਨਹੀਂ ਬਣਿਆ। ਤਾਂ ਰਹੋ ਵਿਚਾਰ। ਸਤਿਗੁਰੂ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਦੇ ਵਿੱਚ ਜੋ ਬਖਸ਼ਿਸ਼ਾਂ ਕਰਦੇ ਨੇ, ਸ਼ਾਇਦ ਜੋ ਆਪਾਂ ਵਿਚਾਰਾਂ ਕਰ ਰਹੇ ਹਾਂ ਇਹਨਾਂ ਦੇ ਬਾਬਤ ਇਹਨਾਂ ਦੇ ਨਾਲ ਮੇਲ ਜੋਲ ਖਾਂਦੀਆਂ ਹੀ ਹੋਣ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਚੌਥਾ। ਰਾਗ ਹੈ ਦੇਵ ਗੰਧਾਰੀ ਅਤੇ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਮੁਬਾਰਕ ਸ਼ਬਦਾਂ ਨੂੰ ਉਚਾਰਨ ਕਰਦੇ ਹਨ। ਸੁਰ ਤਾਲ ਦੇ ਚੌਥੇ ਘਰ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਇੱਕ ਹੈ। ਇੱਕ ਤੋਂ ਹੀ ਅਨੇਕਤਾ ਹੋਈ ਹੈ ਅਤੇ ਅਨੇਕਤਾ ਹੀ ਫਿਰ ਇੱਕ ਦਿਨ ਇੱਕ ਹੋ ਜਾਣੀ ਹੈ। ਕਈ ਵਾਰ ਪਸਰਿਓ ਪਾਸਾਰ, ਕਈ ਵਾਰ ਇਹ ਸੰਸਾਰ ਸਾਜਿਆ ਉਹਨੇ, ਕਈ ਵਾਰ ਇਹਨੂੰ ਮਿਟਾਇਆ। ਤਾਂ ਸੰਗਤ ਜੀ, ਉਹ ਇੱਕ ਸਦਾ ਰਹਿਣ ਵਾਲਾ, ਹੋਰ ਸਭ ਕੁਝ ਆਵਾਗਮਨ ਹੈ। ਅੱਜ ਜਨਮੇ, ਕੱਲ੍ਹ ਮੌਤ, ਪਰਸੋਂ ਫਿਰ ਜਨਮ। ਇਸ ਤਰ੍ਹਾਂ 84 ਦਾ ਗੇੜ ਬੰਦਾ ਭੋਗਦਾ ਹੈ। ਇਹ ਨਹੀਂ ਵੀ ਬੰਦਾ ਬਣ ਹੀ ਆਉਂਦਾ ਸੰਸਾਰ 'ਤੇ, ਪਤਾ ਨਹੀਂ ਕਿਹੜੀ ਜੂਨ
ਜਿਹੇ ਕਰਮ ਕਮਾਏ ਸੀ ਤੇਹਾ ਹੋਏ ਸੀ। ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹੀ ਜੂਨ ਮਿਲ ਜਾਂਦੀ ਹੈ। ਅਤੇ ਜੂਨਾਂ ਨਖਿੱਧ ਤੋਂ ਨਖਿੱਧ ਪਈਆਂ ਨੇ, ਜਿਨ੍ਹਾਂ ਨੂੰ ਦੇਖ ਕੇ ਘਿਰਣਾ ਆਉਂਦੀ ਹੈ ਵੀ ਇਹ ਕਿਤੇ ਪ੍ਰਮਾਤਮਾ ਮੈਨੂੰ ਨਾ ਬਣਾ ਦੇਈ। ਅਤੇ ਜੇ ਕਰਮ ਚੰਗੇ ਨਾ ਕੀਤੇ, ਸਤਸੰਗ ਨਾ ਕੀਤੀ, ਅਤੇ ਪਤਾ ਨਹੀਂ ਫਿਰ ਕਿਹੜੀ ਜੂਨੇ ਪੈਣਾ ਪੈ ਜਾਏ। ਤਾਂ ਸੰਗਤ ਜੀ ਰਹੋ ਵਿਚਾਰ, ਉਹ ਇੱਕ ਪਰਮ ਪਿਤਾ ਪਰਮਾਤਮਾ ਆਪਾਂ ਨੂੰ ਹੁਕਮ ਦਿੰਦਾ ਹੈ, ਸਤਿਗੁਰ ਸੱਚੇ ਗੁਰੂ ਦੀ ਸੰਗਤ ਕਰਨੀ, ਸੱਚੇ ਗੁਰੂ ਦੇ ਬਚਨ ਨੂੰ ਕਮਾਉਣਾ ਮੰਨਣਾ, ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲਣਾ। ਅਤੇ ਜਦੋਂ ਇਸ ਤਰ੍ਹਾਂ ਦਾ ਜੀਵਨ ਬਣ ਗਿਆ, ਫਿਰ ਪ੍ਰਸਾਦ, ਫਿਰ ਪਰਮਾਤਮਾ ਦੀ ਕਿਰਪਾ, ਉਸ ਗੁਰੂ ਦੀ ਕਿਰਪਾ, ਉਸ ਅਕਾਲ ਦੀ ਕਿਰਪਾ ਬਣ ਜਾਂਦੀ ਹੈ। ਕਰਤ ਫਿਰੇ ਬਨ ਭੇਖ, ਮੋਹਨ ਰਹਿਤ ਨਿਰਾਰ। ਕਰਤ ਫਿਰੇ ਬਨ ਭੇਖ, ਮੋਹਨ ਰਹਿਤ ਨਿਰਾਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਕਹਿੰਦੇ ਆ, ਜਗਤ ਦੇ ਲੋਕੋ, ਅਸੀਂ ਸੰਸਾਰ ਵਿੱਚ ਵੇਖਿਆ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੇ ਭੇਖ ਬਣਾਏ ਹੋਏ ਨੇ, ਲਿਬਾਸ ਪਹਿਨੇ ਹੋਏ ਨੇ ਧਰਮ ਦੇ, ਪਰ ਐਸੇ ਜੀਵ ਪਰਮਾਤਮਾ ਦੇ ਨੇੜੇ ਵੀ ਨਹੀਂ ਹੁੰਦੇ ਜਿਨ੍ਹਾਂ ਨੇ ਆਪਣੇ ਭੇਖ ਬਣਾਏ ਨੇ। ਪਰਮਾਤਮਾ ਉਹਨਾਂ ਦੇ ਨੇੜੇ ਨਹੀਂ। ਆਪ ਜੀ ਇਸ ਸ਼ਬਦ ਨੂੰ ਪੜ੍ਹ ਸਕਦੇ ਹੋ, 534 ਅੰਗ 'ਤੇ ਹੈ ਜੀ। ਕਰਤ ਫਿਰੇ ਬਨ ਭੇਖ, ਜੇ ਭੇਖੀ ਬਣ ਕੇ ਬਨਾਂ ਦੇ ਵਿੱਚ ਫਿਰਦਾ ਹੈ, ਲਿਬਾਸ ਪਾ ਲਿਆ ਧਰਮ ਦਾ, ਘਰ ਗ੍ਰਸਤੀ ਛੱਡ ਕੇ ਭੱਜ ਲਿਆ ਵੀ ਨਹੀਂ ਮੈਂ ਤੇ ਜੰਗਲਾਂ ਦੇ ਵਿੱਚ ਰਹਿ ਕੇ ਰੱਬ ਨੂੰ ਪ੍ਰਾਪਤ ਕਰਾਂਗਾ, ਬਿਲਕੁਲ ਉਲਟ ਹੈ, ਗਲਤ ਹੈ। ਐਸੇ ਭੇਖੀ ਦੇ ਪਰਮਾਤਮਾ ਮੋਹਨ ਉਹ ਪਰਮਾਤਮਾ ਨੂੰ ਕਿਹਾ, ਮਨਮੋਹਨ ਮਨਾਂ ਨੂੰ ਮੋਹਣ ਵਾਲਾ। ਰਹਿਤ ਨਿਰਾਰ, ਨਿਆਰਾ ਰਹਿੰਦਾ, ਵੱਖਰਾ ਰਹਿੰਦਾ, ਭੇਖੀ ਦੇ ਕੋਲੇ ਕਦੇ ਵੀ ਨਹੀਂ। ਭੇਖੀ ਜਗਤ ਨੂੰ ਲੁੱਟ ਸਕਦਾ ਭੇਖ ਦਿਖਾ ਕੇ, ਪਰ ਪਰਮਾਤਮਾ ਦੇ ਨਾਮ ਦੀ ਲੁੱਟ ਨਹੀਂ ਕਰ ਸਕਦਾ। ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ, ਲੋਕਾਂ ਨੂੰ ਲੁੱਟ ਸਕਦਾ, ਠੱਗ ਸਕਦਾ, ਆਪਣੀ ਗੱਲਾਂ ਦੇ ਵਿੱਚ ਉਲਝਾ ਸਕਦਾ, ਪਰ ਪਰਮਾਤਮਾ ਤੋਂ ਹਮੇਸ਼ਾ ਉਸ ਦੀ ਦੂਰੀ ਬਣੀ ਰਹਿੰਦੀ ਹੈ। ਕਿਉਂ? ਉਹਨੂੰ ਆਪਣੇ ਭੇਖ 'ਤੇ ਮਾਣ ਹੋਇਆ ਰਹਿੰਦਾ ਵੀ ਮੇਰੇ ਇਸ ਪਹਿਰਾਵੇ ਨੂੰ ਦੁਨੀਆ ਸਤਿਕਾਰ ਦਿੰਦੀ ਹੈ। ਤਾਂ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਰਿੱਧੀਆਂ ਸਿੱਧੀਆਂ ਤੇ ਪ੍ਰਾਪਤ ਹੋ ਜਾਂਦੀਆਂ ਨੇ, ਪਰ ਪਰਮਾਤਮਾ ਦੀ ਮਿਹਰ ਕਿਰਪਾ ਨਹੀਂ ਮਿਲਦੀ। ਰਹਾਉ ਦਾ ਵਿਸਰਾਮ ਦੇ ਫਰਮਾਉਂਦੇ ਆ, ਕਥਨ ਸੁਨਾਵਨ ਗੀਤ ਨੀਕੇ, ਗਾਵਨ ਮਨ ਮਹਿ ਧਰਤੇ ਗਾਰ। ਕਥਨ ਤੋਂ ਭਾਵ ਹੈ ਕਹਿਣਾ, ਸੁਨਾਵਨ ਉਹ ਪਰਮ ਪਿਤਾ ਪਰਮਾਤਮਾ ਆਪ ਹੀ ਸੁਣਾਉਣ ਵਾਲਾ ਹੈ। ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ, ਸਤਿਗੁਰੂ ਜੀ ਸਮਝਾਉਂਦੇ ਹਨ, ਕਥਨ ਹੋਰਨਾਂ ਨੂੰ ਉਪਦੇਸ਼ ਦੇਣਾ, ਕਹਿਣ ਸੁਣਾਉਣ ਵਾਲੇ। ਨੀਕੇ ਤੋਂ ਭਾਵ ਹੈ ਸੋਹਣੇ, ਗਾਰ ਤੋਂ ਭਾਵ ਹੰਕਾਰ। ਤਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਮਨੁੱਖ ਹੋਰਨਾਂ ਨੂੰ ਉਪਦੇਸ਼ ਕਹਿਣ ਸੁਣਾਉਣ ਵਾਲੇ ਹਨ, ਜਿਵੇਂ ਮੇਰੇ ਵਰਗੇ, ਤੁਹਾਨੂੰ ਤੇ ਉਪਦੇਸ਼ ਦੇ ਦਿੱਤਾ, ਕਹਿ ਦਿੱਤਾ ਭਾਈ ਨੇਕੀਆਂ ਕਰੋ, ਚੰਗਿਆਈਆਂ ਕਰੋ, ਪਰ ਆਪ ਉਸ ਪਾਸੇ ਰੱਤਾ ਭਰ ਵੀ ਨਹੀਂ ਚੱਲੇ। ਦੂਜੇ ਨੂੰ ਮੱਤ ਦੇਣੀ, ਆਪ ਉਸ ਮੱਤ ਤੋਂ ਵਾਂਝੇ ਰਹਿਣਾ, ਇਹ ਵੀ ਪਰਮਾਤਮਾ ਤੋਂ ਦੂਰੀ ਵਾਲੀ ਗੱਲ ਹੀ ਹੈ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਜਿਹੜੇ ਸੋਹਣੇ ਸੋਹਣੇ ਗੀਤ ਗਾਉਣ ਵਾਲੇ ਹਨ, ਗੀਤਾਂ ਨੂੰ ਇਹ ਨਾ ਸਮਝ ਲੈਣਾ ਵੀ ਕੋਈ ਦੁਨਿਆਵੀ ਗੀਤ, ਗੀਤ ਪਰਮਾਤਮਾ ਦੀ ਵਡਿਆਈ ਦੇ ਗੁਣ, ਸੋਹਣੇ ਢੰਗ ਨਾਲ ਚੰਗੀਆਂ ਸੁਰਾਂ ਲਾ ਲਾ ਕੇ ਬਾਣੀ ਨੂੰ ਪੜ੍ਹਨਾ,
ਤੇ ਸੁਣਨ ਵਾਲਾ ਆਪੇ ਦੌੜਿਆ ਆਵੇ ਵੀ ਹਾਂ ਮੈਂ ਇਹਨੂੰ ਸੁਣਨਾ ਹੈ। ਇਸ ਤਰ੍ਹਾਂ ਦੀ ਅਵਸਥਾ ਵਾਲਾ ਹੋਵੇ, ਚੰਗੇ ਢੰਗ ਨਾਲ ਵਡਿਆਈਆਂ ਨੂੰ ਗਾ ਸਕਦਾ ਹੋਵੇ। ਤਾਂ ਸਤਿਗੁਰੂ ਜੀ ਕਹਿੰਦੇ ਆਪਣੇ ਇਸ ਗੁਣ ਦਾ ਮਨ ਵਿੱਚ ਹੰਕਾਰ ਬਣਾਈ ਰੱਖਦੇ ਨੇ। ਮੋਹਨ ਪ੍ਰਭੂ ਉਹਨਾਂ ਤੋਂ ਵੀ ਵੱਖਰਾ ਰਹਿੰਦਾ ਹੈ। ਪਰਮਾਤਮਾ ਉਹਨਾਂ ਤੋਂ ਵੀ ਵੱਖਰਾ ਜਿਹੜੇ ਆਪਣੀ ਜ਼ਬਾਨ ਤੋਂ ਕਥਨ ਕਰਕੇ ਬੋਲ ਕੇ ਦੂਸਰਿਆਂ ਨੂੰ ਸੁਣਾਉਂਦੇ ਨੇ। ਇੱਕ ਦਿਨ ਪਹਿਲਾਂ ਵੀ ਆਪਾਂ ਇਹ ਵਿਚਾਰ ਕੀਤੀ ਸੀ। ਕਬੀਰ ਸਾਹਿਬ ਕੁਝ ਸਮਾਂ ਇਹ ਸੋਚਦੇ ਰਹੇ ਵੀ ਮੈਂ ਤੇ ਮੁਕਤ ਹੋ ਹੀ ਜਾਣਾ। ਇਹ ਲਗਭਗ ਹਰ ਇੱਕ ਧਰਮ ਦੇ ਮਾਰਗ 'ਤੇ ਚੱਲਣ ਵਾਲੇ ਬੰਦੇ ਨੂੰ ਹੁੰਦਾ ਹੈ ਵੀ ਮੈਂ ਤੇ ਕਥਾ ਕਰਦਾ, ਅੰਮ੍ਰਿਤ ਵੇਲੇ ਬਾਣੀ ਪੜ੍ਹਦਾ, ਬਹੁਤ ਹਨੇਰੇ ਉੱਠਦਾ ਤੇ ਸੰਗਤ ਨੂੰ ਉਪਦੇਸ਼ ਦੇਈਦਾ, ਚੰਗੇ ਰਾਹ ਚੱਲਣ ਵਾਸਤੇ ਕਹੀਦਾ। ਇਹ ਮਨ ਵਿੱਚ ਭਰਮ ਬਣ ਜਾਂਦਾ, ਵਹਿਮ ਬਣ ਜਾਂਦਾ, ਹੰਕਾਰ ਜਨਮ ਲੈ ਲੈਂਦਾ। ਤਾਂ ਕਬੀਰ ਸਾਹਿਬ ਨੇ ਇੱਕ ਸ਼ਬਦ ਦੀ ਚੋਟ ਕੀਤੀ ਤੇ ਬੰਦੇ ਦਾ ਹੰਕਾਰ ਤੋੜ ਦਿੱਤਾ, ਬੰਦੇ ਦਾ ਮਾਣ ਚੂਰ ਚੂਰ ਕਰ ਦਿੱਤਾ। ਚੋਟ ਕੀ ਕੀਤੀ? ਕਬੀਰ ਔਰਨ ਕੋ ਉਪਦੇਸ ਤੇ ਮੁਖ ਮੈਂ ਪਰਹਿ ਰੇਤ, ਰਾਸ ਵਿਗਾਨੀ ਰਾਖਤੇ ਖਾਇਆ ਕਰ ਕਾ ਖੇਤ। ਹੋਰਾਂ ਨੂੰ ਉਪਦੇਸ਼ ਕਰਦਾ ਰਿਹਾ, ਨਾ ਭਾਈ ਚੋਰੀ ਮਾੜੀ ਹੈ, ਨਾ ਭਾਈ ਝੂਠ ਮਾੜਾ ਹੈ, ਨਾ ਭਾਈ ਚੁਗਲੀ ਮਾੜੀ ਹੈ, ਪਰ ਆਪੇ ਇਹਨਾਂ ਦੇ ਵਿੱਚੋਂ ਸਭ ਕੁਝ ਕਰਦਾ ਰਿਹਾ। ਫਿਰ ਤੇ ਇਹ ਹੋਇਆ ਨਾ ਵੀ ਆਪਣੇ ਮੂੰਹ ਵਿੱਚੋਂ ਰੇਤਾ ਕੱਢ ਕੇ ਦੂਜੇ ਦੇ ਕੰਨਾਂ ਵਿੱਚ ਪਾ ਦੇਣਾ। ਇਸ ਤਰ੍ਹਾਂ ਜੀਵਨ ਦਾ ਭਲਾ ਨਹੀਂ ਹੋਏਗਾ, ਮੁਕਤੀ ਨਹੀਂ ਮਿਲੇਗੀ। ਮਨ ਦੇ ਵਿੱਚੋਂ ਹੰਕਾਰ ਹਉਮੈ ਨੂੰ ਤਿਆਗਣਾ ਪਏਗਾ, ਮਿਟਾਉਣਾ ਪਏਗਾ, ਭੁਲਾਉਣਾ ਪਏਗਾ। ਕਿਸੇ ਤੇ ਉਪਕਾਰ ਕੀਤਾ, ਕਿਸੇ ਤੇ ਕੋਈ ਗੁਣ ਕੀਤਾ ਤਾਂ ਉਹਨੂੰ ਕਰਕੇ ਭੁਲਾਉਣਾ ਪਏਗਾ। ਪਰ ਅਸੀਂ ਕਿਸੇ ਤੇ ਕੋਈ ਗੁਣ ਕਰ ਦਈਏ, ਸਾਡੇ ਤਾਂ ਉਹ ਸੀਨੇ 'ਤੇ ਲਿਖਿਆ ਜਾਂਦਾ ਵੀ ਮੈਂ ਕਰਤਾ, ਸ਼ਾਇਦ ਇਹੀ ਇੱਕ ਪੁੰਨ ਮੈਨੂੰ ਪਾਰ ਲਾ ਦੇਵੇਗਾ। ਗੁਰੂ ਸਾਹਿਬ ਕਹਿੰਦੇ ਵਹਿਮ ਹੈ। ਜਦੋਂ ਤੂੰ ਇਹ ਕਹਿ ਦਿੱਤਾ ਮੈਂ ਕਰ ਦਿੱਤਾ, ਉਦੋਂ ਤੇਰਾ ਕੀਤਾ ਕਰਮ ਹੈ ਜਿਹੜਾ ਮਿਟਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਦਾਨ ਕਰਕੇ ਭੁੱਲ ਗਿਆ ਮੈਂ ਕਿਹਨੂੰ ਕੀ ਦਾਨ ਦਿੱਤਾ ਸੀ, ਕਿੰਨਾ ਦਿੱਤਾ ਸੀ, ਕਦੋਂ ਦਿੱਤਾ ਸੀ। ਤਾਂ ਹੀ ਤੇ ਸਿਆਣੇ ਮਨੁੱਖ ਕਹਿੰਦੇ ਨੇ ਵੀ ਇੱਕ ਹੱਥ ਦਾਨ ਕਰੇ ਤੇ ਦੂਜੇ ਹੱਥ ਨੂੰ ਪਤਾ ਨਾ ਹੋਵੇ, ਦੂਜੇ ਹੱਥ ਨੂੰ ਪਤਾ ਨਾ ਹੋਵੇ। ਹੱਥ ਦੋ ਨੇ ਬੰਦੇ ਦੇ, ਇੱਕ ਹੱਥ ਦਾਨ ਕਰ ਦਿੰਦਾ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਵੀ ਦਾਨ ਕੀਤਾ। ਤੇ ਰਹੋ ਵਿਚਾਰ ਸੰਗਤ ਜੀ, ਅਸੀਂ ਤੇ ਕੋਈ ਥੋੜ੍ਹਾ ਬਹੁਤਾ ਦਾਨ ਕਰ ਲਈਏ ਤੇ ਫਿਰ ਉਹ ਜਿੱਥੇ ਚਾਰ ਬੰਦੇ ਖੜੇ ਹੋਣਗੇ ਉੱਥੇ ਜ਼ਰੂਰ ਗੱਲ ਛੇੜਾਂਗੇ, ਭਾਵੇਂ ਸਾਨੂੰ ਬਲ ਪਾ ਕੇ ਗੱਲ ਕਰਨੀ ਪੈ ਜੇ। ਕਿਸੇ ਗੁਰਮੁਖ ਪਿਆਰੇ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਤੇ ਦਾਸ ਨੂੰ ਵੀ ਉਹਨਾਂ ਨੇ ਕਥਾ ਵਾਸਤੇ ਬੁਲਾ ਲਿਆ। 15-16 ਸਾਲਾਂ ਤੋਂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਸੀ। ਹੁਣ ਆਪਾਂ ਤੇ ਆਪਦਾ ਕਰਮ ਕਰਨਾ, ਕਿਰਤ ਕਰਨੀ ਹੈ। ਪਹੁੰਚ ਗਏ, ਭੋਗ ਪੈਣਾ ਸ਼ੁਰੂ ਹੋਇਆ ਤੇ ਉਸ ਭਾਈ ਸਾਹਿਬ ਨੇ ਜਾਂਦੇ ਹੀ ਦਾਸ ਨੂੰ ਕਿਹਾ, ਗਿਆਨੀ ਜੀ ਉਰੇ ਆਓ, ਆ ਜਾਓ ਇੱਧਰ ਬੈਠ ਕੇ ਚਾਹ ਪੀਂਦੇ ਆਪਾਂ। ਚਲੋ ਜੀ, ਪੰਗਤ ਦੇ ਵਿੱਚ ਬਹਿ ਜਾਂਦੇ, ਇੱਧਰ ਕਿੱਧਰ ਲਈ ਫਿਰਦੇ ਹੋ? ਨਹੀਂ ਗਿਆਨੀ ਜੀ, ਪੰਗਤ ਦੇ ਵਿੱਚ ਹਜੇ ਸ਼ੁਰੂ ਨਹੀਂ ਕਰਦੇ, ਆਪਾਂ ਤੁਹਾਡੇ ਜੋਗੀ ਇੱਧਰ ਬਣਾ ਲੈਂਦੇ ਹਾਂ। ਠੀਕ ਹੈ, ਬੈਠ ਗਏ, ਗੱਲੀ ਬਾਤੀ। ਗਿਆਨੀ ਜੀ ਕਿਵੇਂ ਲੱਗ ਰਿਹਾ ਪ੍ਰੋਗਰਾਮ? ਵਧੀਆ ਜੀ, ਠੀਕ ਹੈ। ਸੇਵਾ ਬਹੁਤ ਕੀਤੀ ਆ ਪਾਠੀਆਂ ਦੀ। ਚਲੋ ਜੀ, ਸ਼ਾਬਾਸ਼, ਤੁਹਾਡੇ ਧੰਨਵਾਦ। ਆ ਜਾਓ ਗਿਆਨੀ ਜੀ, ਤੁਹਾਨੂੰ ਉੱਪਰ ਇੱਕ ਚੀਜ਼ ਹੋਰ ਦਿਖਾਈਏ। ਉਹ 3-4 ਬਿਲ ਕਹਿ ਲਓ ਵੀ ਪੋਰਸ਼ਨ ਬਣਾਏ ਹੋਏ ਸੀ। ਪੌੜੀਆਂ 'ਤੇ ਘੁਮਾਉਂਦਾ ਘੁਮਾਉਂਦਾ ਉੱਤੇ ਲੈ ਗਿਆ, ਜਾ ਕੇ ਸਿਰੇ 'ਤੇ ਕਹਿੰਦਾ, ਗਿਆਨੀ ਜੀ ਆਹ ਡੱਡੂ ਉੱਤੇ ਕਿਵੇਂ ਆਇਆ ਹੋਊਗਾ? ਕਿੰਨੀਆਂ ਪੌੜੀਆਂ ਨੇ, ਡੱਡੂ ਕਿਵੇਂ ਉੱਤੇ ਆ ਗਿਆ? ਇਹ ਸਮਝ ਨਹੀਂ ਆਈ। ਹੈ ਤੁਹਾਡੇ ਕੋਈ ਖਿਆਲ 'ਚ ਗੱਲ ਵੀ ਕਿਵੇਂ ਆਇਆ? ਫਿਰ ਮੈਂ ਉਹਨੂੰ ਕਿਹਾ, ਸੱਜਣਾ ਤੂੰ ਡੱਡੂ ਨਹੀਂ ਦਿਖਾਇਆ ਮੈਨੂੰ, ਇਹ ਆਪਣਾ ਘਰ ਦਿਖਾਇਆ ਵੀ ਗਿਆਨੀ ਜੀ ਬਹੁਤ ਵੱਡਾ ਘਰ ਹੈ, ਨਵਾਂ ਪਾਇਆ, ਠੀਕ ਹੈ, ਮਾਲਕ ਤੈਨੂੰ ਵਾਧਾ ਕਰੇ,
ਪਰ ਡੱਡੂ ਦੇ ਆਉਣ ਦੇ ਕਾਰਨ ਕਈ ਹੋ ਸਕਦੇ ਆ ਕਣੀਆਂ ਨਾਲ ਵੀ ਡੱਡਾਂ ਡਿੱਗਦੀਆਂ ਨੇ। ਕਿਸੇ ਦਰੀ ਦੇ ਵਿੱਚ ਵੀ ਡੱਡੂ ਆ ਸਕਦਾ ਹੈ ਅਤੇ ਇਹਨੂੰ ਛੱਡਿਆ ਵੀ ਜਾ ਸਕਦਾ ਉੱਤੇ। ਪਰ ਸੰਗਤ ਜੀ, ਕਹਿਣ ਤੋਂ ਭਾਵ ਇਹ ਹੈ ਵੀ ਉਸ ਬੰਦੇ ਨੇ ਆਪਣਾ ਘਰ ਅਤੇ ਆਪਣੇ ਸਾਰੇ ਘਰ ਦਾ ਬਣਾਇਆ ਹੋਇਆ ਫਰਨੀਚਰ ਇਤਿਆਦਿਕ ਪ੍ਰਚਾਰ ਉਹਦਾ ਕਰਨਾ ਸੀ ਵੀ ਮੇਰੇ ਕੋਲ ਬਹੁਤ ਕੁਛ ਹੈ। ਇਹਨਾਂ ਪਾਠੀਆਂ ਨੂੰ ਮੈਂ ਸੂਟ ਦਿੱਤੇ ਨੇ, ਵਿਚਾਰਿਆਂ ਨੂੰ ਕੌਣ ਸੂਟ ਦਿੰਦਾ, ਮੈਂ ਦਿੱਤੇ ਨੇ। ਵਿਚਾਰੇ ਗੁਰੂ ਦਾ ਜਸ ਗਾਉਣ ਵਾਲੇ ਤੇ ਵਿਚਾਰੇ ਹੈ, ਮੈਂ ਇਹਨਾਂ ਨੂੰ ਦੇ ਦਿੱਤਾ। ਮਹਾਂ ਸੱਜਣਾ, ਇਹ ਵੀ ਤੇਰਾ ਹੰਕਾਰ ਹੈ। ਦੇਹ ਜੀ ਸਦਕੇ ਹੱਕ ਬਣਦਾ ਇਹਨਾਂ ਦਾ ਸਤਿਕਾਰ ਕਰਨਾ, ਫਰਜ਼ ਹੈ ਤੁਹਾਡਾ। ਪਰ ਜਿਹੜੀ ਮੈਂ ਨੇ ਜਨਮ ਲਿਆ ਨਾ, ਇਸ ਮੈਂ ਨੂੰ ਮਾਰ। ਇਹ ਕਹਿ ਵੀ ਤੂੰ ਕਰਵਾਉਣ ਵਾਲਾ ਪਰਮਾਤਮਾ, ਮੇਰੇ ਕੀ ਵਾਸੀ। ਜੇ ਤੂੰ ਦਿੱਤਾ ਤਾਂ ਇਹ ਸਾਰਾ ਕੁਝ ਬਣਿਆ ਨਾ, ਜੇ ਤੂੰ ਨਾ ਦਿੰਦਾ, ਕਈ ਫੁੱਟਪਾਥਾਂ 'ਤੇ ਵੀ ਰਾਤਾਂ ਕੱਟਦੇ ਆ, ਉਹਨਾਂ ਦੇ ਸਿਰ 'ਤੇ ਛੱਤ, ਆਪਣੀ ਗਿੱਠ ਥਾਂ ਵੀ ਨਹੀਂ। ਤੈਨੂੰ ਪਰਮਾਤਮਾ ਨੇ ਸੋਹਣਾ ਸਜਾਇਆ ਹੋਇਆ, ਪੈਰ ਦਿੱਤੇ ਆ, ਹੱਥ ਦਿੱਤੇ ਆ, ਸਾਰੇ ਸਰੀਰ ਦੇ ਇੰਦਰੇ ਤੇਰੇ ਕੋਲ ਹੈ। ਕਿਸੇ ਦੇ ਕੋਲ ਚੱਲਣ ਨੂੰ ਪੈਰ ਹੀ ਨਹੀਂ, ਤੱਤੇ ਠੰਡੇ ਵਿੱਚ ਉਹ ਆਪਣੇ ਪੇਟ ਭਾਰ ਵੀ ਚੱਲਦੇ ਨੇ। ਉਹ ਆਪਣੇ ਸਰੀਰ ਦੇ ਉੱਪਰ ਵਜ਼ਨ ਦੇ ਕੇ ਆਪਣੀ ਯਾਤਰਾ ਕਰਦੇ ਨੇ। ਅਤੇ ਇੱਕ ਗੱਲ ਹੋਰ ਹੈ, ਜਿੰਨੀ ਅਪਾਹਜਤਾ ਹੈ ਓਨੀ ਨਾਲ ਪਰਮਾਤਮਾ ਨੇ ਉਹਨਾਂ ਨੂੰ ਗਰੀਬੀ ਵੀ ਦਿੱਤੀ ਹੈ। ਇਹ ਵੀ ਧਿਆਨ ਵਿੱਚ ਰੱਖਿਓ। ਕੋਈ ਚੰਗੇ ਘਰ ਦਾ ਇਹ ਸੋਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਜਿੱਥੇ ਪਰਮਾਤਮਾ ਨੇ ਧਨ ਦਿੱਤਾ ਨਾ ਜਿਹੜੇ ਘਰ ਵਿੱਚ, ਉੱਥੇ ਅਪਾਹਜ ਘੱਟ ਪੈਦਾ ਹੁੰਦੇ ਨੇ। ਜਿੱਥੇ ਅੱਤ ਗਰੀਬੀ ਹੋਵੇਗੀ ਉੱਥੇ ਅਪਾਹਜਤਾ ਵੱਧ ਪੈਦਾ ਹੋਵੇਗੀ। ਮੈਂ ਤਾਂ ਆਪਣੇ ਜੀਵਨ ਵਿੱਚ ਇਹ ਦੇਖਿਆ ਹੈ। ਅਤੇ ਉਹ ਅਪਾਹਜਤਾ ਫਿਰ ਸੜਕਾਂ 'ਤੇ ਰੁਲਦੀ ਆਪਾਂ ਦੇਖਦੇ ਹਾਂ ਅਕਸਰ। ਗੁਰੂ ਘਰਾਂ ਦੇ ਬਾਹਰ ਮੂਹਰੇ ਕੁਛ ਕੁ ਪਖੰਡੀ ਬੈਠੇ ਹੁੰਦੇ ਆ, ਕੁਛ ਕੁ ਸੱਚੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ। ਇਹ ਸੰਗਤ ਜੀ ਗੱਲ ਸੰਜੋਗ ਵਿਜੋਗ ਦੋ ਕਾਰ ਚਲਾਵੈ, ਲਿਖਿਆ ਆਵੈ ਭਾਗ। ਸੰਜੋਗ ਅਤੇ ਵਿਜੋਗ ਦੋਨਾਂ ਇਹਨਾਂ ਕਰਕੇ ਗੁਰੂ ਸਾਹਿਬ ਕਹਿੰਦੇ ਕਰਮਾਂ ਦੀ ਖੇਤੀ ਹੁੰਦੀ ਹੈ। ਸੰਜੋਗ ਚੰਗਾ ਕਰਮ ਕੀਤਾ, ਉਹਦੀ ਕਮਾਈ ਤੇਰੇ ਨਾਲ ਜਨਮ ਲੈ ਆਈ ਅਤੇ ਤੂੰ ਸੁੱਖ ਭੋਗ ਰਿਹਾ। ਮਾੜੇ ਕਰਮ ਕਰਨ ਕਰਕੇ ਪਰਮਾਤਮਾ ਨੇ ਤੈਨੂੰ ਜੀਵਨ ਤਾਂ ਦਿੱਤਾ ਪਰ ਧਨ ਨਹੀਂ ਦਿੱਤਾ। ਪਰਮਾਤਮਾ ਨੇ ਤੈਨੂੰ ਸੁੱਖ ਨਹੀਂ ਦਿੱਤੇ ਅਤੇ ਨਾਲ ਤੈਨੂੰ ਅਪਾਹਜਤਾ ਦੇ ਦਿੱਤੀ। ਇਹ ਨਰਕ ਭੋਗਣਾ ਹੈ, ਸੁੱਖਾਂ ਦੇ ਵਿੱਚ ਰਹਿਣਾ, ਜੋ ਚਾਹਿਆ ਉਹ ਪ੍ਰਾਪਤ ਕਰ ਲੈਣਾ, ਇਹਨੂੰ ਕਹਿੰਦੇ ਨੇ ਸੁਰਗ। ਸਭ ਕੁਝ ਹੁੰਦੇ ਹੋਏ ਬੰਦਾ ਖਾ ਨਾ ਸਕੇ, ਹੰਢਾ ਨਾ ਸਕੇ, ਇਹਨੂੰ ਕਹਿੰਦੇ ਨੇ ਨਰਕ। ਇੱਥੇ ਹੀ ਹੈ ਨਰਕ ਸਵਰਗ। ਕਰਮਾਂ ਦਾ ਫਲ ਇੱਥੇ ਹੀ ਮਿਲ ਜਾਂਦਾ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਇਸ ਤਰ੍ਹਾਂ, ਕਹਿੰਦੇ ਮਨੁੱਖ ਦੇ ਅੰਦਰ ਗਾਰ ਭਾਵ ਹੰਕਾਰ ਹੈ ਜਿਹੜਾ, ਉਹ ਜਨਮ ਲੈ ਲੈਂਦਾ ਅਤੇ ਬੰਦਾ ਹੰਕਾਰ ਨੂੰ ਪੱਠੇ ਪਾਈ ਜਾਂਦਾ, ਪਾਲੀ ਜਾਂਦਾ, ਉਹਨੂੰ ਹੰਕਾਰ ਨੂੰ ਖੁਰਾਕ ਦੇਈ ਜਾਂਦਾ। ਜਦੋਂ ਹੰਕਾਰ ਨੂੰ ਖੁਰਾਕ ਦੇਣੀ ਬੰਦ ਕਰਤੀ ਨਾ, ਉਹਦੇ ਕਹਿ ਲਓ ਵੀ ਜੀਵਨ ਦੀ ਖੇਡ ਬਣ ਜਾਣੀ ਹੈ। ਉਹਦੇ ਗੁਰੂ ਘਰ ਆਉਣਾ ਸਫਲ ਹੋ ਜਾਣਾ, ਉਹਦੇ ਚੱਲਿਆ ਹੋਇਆ ਕਦਮ ਕਦਮ ਗੁਰੂ ਨੇ ਲੇਖੇ ਲਾ ਦੇਣਾ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਆ, ਅਤ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਗਾਰ। ਵਿਦਿਆ ਰਸਨਾ ਚਾਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਅੰਤਿਮ ਪੰਕਤੀਆਂ ਵਿੱਚ, ਰਸਨਾ ਜੀਵ ਨੂੰ ਕਹਿੰਦੇ ਨੇ, ਚਾਰ ਤੋਂ ਭਾਵ ਸੋਹਣੀ ਚਾਰੂ। ਕਹਿੰਦੇ ਵਿਦਿਆ ਦੀ ਬਰਕਤ ਨਾਲ ਜਿਨ੍ਹਾਂ ਦੀ ਸੋਹਣੀ ਬੋਲਣ ਵਾਲੀ ਜ਼ਬਾਨ ਹੈ ਜਿਹੜੀ, ਇਹ ਬਹੁਤ ਸੋਹਣੇ ਬੋਲ ਬੋਲ ਲੈਂਦੀ ਹੈ। ਵੇਖਣ ਨੂੰ ਬੜੇ ਸੋਹਣੇ ਹਨ, ਚਾਤੁਰ ਹਨ, ਸਿਆਣੇ ਹਨ, ਅਤੇ ਮੋਹਨ ਪ੍ਰਭੂ ਉਹਨਾਂ ਤੋਂ ਵੀ ਵੱਖਰਾ ਹੈ। ਪਰਮਾਤਮਾ ਉਹਨਾਂ ਦੇ ਨਾਲ ਵੀ ਨਹੀਂ ਰਹਿੰਦਾ। ਅਤ ਸੁੰਦਰ ਬਹੁ ਚਾਤੁਰ ਸਿਆਣੇ, ਵਿਦਿਆ ਰਸਨਾ ਚਾਰ। ਜਿਨ੍ਹਾਂ ਦੇ ਸਤਿਗੁਰੂ ਜੀ ਕਹਿੰਦੇ ਪੱਲੇ ਸੁੰਦਰਤਾ, ਬਹੁਤ ਸੋਹਣੇ, ਆਪਣੇ ਆਪ ਨੂੰ ਅਖਵਾਉਣ ਵਾਲੇ। ਫਿਰ ਸਤਿਗੁਰਾਂ ਨੇ ਨਾਲ ਕਿਹਾ ਬਹੁ ਚਾਤੁਰ ਸਿਆਣੇ, ਉਹਨਾਂ ਦੇ ਪਾਸ ਚਤੁਰਾਈ ਹੈ ਵੀ ਜੋ ਕੁਝ ਮੈਂ ਕਰ ਸਕਦਾ ਮੇਰੇ ਪੱਲੇ ਹੈ।
ਕਿਸੇ ਦੂਸਰੇ ਕੋਲ ਨਹੀਂ। ਜਿੰਨੀ ਅਕਲ ਨਾਲ ਮੈਂ ਗੱਲ ਕਰ ਸਕਦਾ, ਕੋਈ ਦੂਸਰਾ ਨਹੀਂ। ਇਸ ਤਰ੍ਹਾਂ ਦਾ ਬੰਦੇ ਨੂੰ ਹੰਕਾਰ ਹੈ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਰਸਨਾਚਾਰ, ਇਹ ਰਸਨਾ ਤੋਂ ਸੋਹਣੇ ਸੋਹਣੇ ਬੋਲ ਬੋਲਦੇ ਨੇ, ਤਾਂ ਵੀ ਕਹਿੰਦੇ ਪਰਮਾਤਮਾ ਨੂੰ ਨਹੀਂ ਨੇੜੇ ਕਰ ਸਕਦੇ। ਪਰਮਾਤਮਾ ਉਹਨਾਂ ਤੋਂ ਵੀ ਦੂਰ ਹੈ। ਮਾਨ ਮੋਹ ਮੇਰ ਤੇਰ ਵਿਬਰਜਤ, ਇਹੋ ਮਾਰਗ ਖੰਡੇ ਧਾਰ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਆ, ਵਿਵਰਜੀਤ ਤੋਂ ਭਾਵ ਹੈ ਬਚੇ ਰਹਿਣਾ, ਕੋਈ ਕਰਮ ਨਾ ਕਰਨਾ, ਰੋਕ ਲੱਗਣੀ। ਮਾਰਗ ਰਸਤੇ ਨੂੰ ਕਹਿੰਦੇ ਨੇ। ਖੰਡੇ ਧਾਰ, ਖੰਡੇ ਦੀ ਧਾਰ ਵਰਗਾ ਬਰੀਕ। ਸਤਿਗੁਰੂ ਫਰਮਾਉਂਦੇ ਆ, ਹੰਕਾਰ ਤੋਂ, ਮੋਹ ਤੋਂ, ਮੇਰ ਤੇਰ ਤੋਂ ਬਚੇ ਰਹਿਣਾ, ਇਹ ਰਸਤਾ ਖੰਡੇ ਦੀ ਧਾਰ ਵਰਗਾ ਹੈ। ਬਹੁਤ ਔਖਾ ਇਹਨਾਂ ਬੁਰਾਈਆਂ ਤੋਂ ਬਚਣਾ। ਕੀ ਹੈ? ਸਤਿਗੁਰੂ ਦੱਸਦੇ ਨੇ, ਜਿਵੇਂ ਹੰਕਾਰ ਤੋਂ, ਮੋਹ ਤੋਂ, ਮੇਰ ਤੇਰ ਤੋਂ, ਤੇਰਾ ਮੇਰਾ, ਮੈਂ ਨਹੀਂ ਦੇਣਾ, ਮੈਂ ਨਹੀਂ ਲੈਣਾ, ਤੂੰ ਕੌਣ ਹੈ, ਬਸ ਇਸ ਤਰ੍ਹਾਂ ਇਹ ਸਭ ਕੁਝ ਕਰਨ ਵਾਲੇ। ਤਾਂ ਸਤਿਗੁਰੂ ਜੀ ਕਹਿੰਦੇ ਭਾਵ ਇਸ ਰਸਤੇ ਉੱਤੇ ਤੁਰਨਾ ਕੋਈ ਸੌਖੀ ਖੇਡ ਨਹੀਂ। ਖੰਡੇ ਧਾਰ ਇਹ ਮਾਰਗ ਹੈ। ਸਿੱਖੀ ਖੰਡਿਓ ਤਿੱਖੀ। ਸਿੱਖ ਤੇ ਹਰ ਕੋਈ ਅਖਵਾਉਂਦਾ, ਪਰ ਸਿੱਖੀ ਦੇ ਮਾਰਗ 'ਤੇ ਚੱਲਣਾ ਬਹੁਤ ਔਖਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿੱਖ ਤੇ ਹਰ ਕੋਈ ਹੈ। ਸਾਰੀ ਉਮਰ ਸਿੱਖਦਿਆਂ ਦੀ ਬੀਤ ਜਾਣੀ, ਉਹ ਹੈ ਸਿੱਖ। ਸਿੱਖਦੇ ਰਹਿਣਾ, ਪਰ ਇੱਕ ਇਹ ਮਾਣ ਕਰ ਲੈਣਾ ਵੀ ਮੈਂ ਸਿੱਖ ਗਿਆ, ਮੇਰੇ ਵਰਗਾ ਕੌਣ ਹੈ। ਪਰਮਾਤਮਾ ਉਹਨਾਂ ਤੋਂ ਵੀ ਦੂਰ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਭਗਤਾਂ ਦੀ ਚਾਲ ਹੈ ਜਿਹੜੀ, ਉਹ ਨਿਰਾਲੀ ਹੈ। ਹੁਣ ਇਹ ਨਾ ਸੋਚਿਓ ਵੀ ਭਗਤ ਕੋਈ ਵੱਖਰੀ ਚਾਲ ਤੁਰਦੇ ਹੋਣਗੇ, ਠੁਮਕ ਠੁਮਕ ਹੌਲੀ ਹੌਲੀ, ਨਹੀਂ। ਪਰਮਾਤਮਾ ਦੇ ਰਾਹ 'ਤੇ ਮਾਰਗ 'ਤੇ ਚੱਲਣ ਵਾਲੇ ਦੁਨੀਆਦਾਰੀ ਦੇ ਨਾਲੋਂ ਵੱਖਰੇ ਕਰਮ ਕਰਦੇ ਨੇ। ਘਰ ਵਿੱਚ ਪਰਮਾਤਮਾ ਨੇ ਕੋਈ ਦਾਤ ਦੇ ਦਿੱਤੀ, ਉਹਦੀ ਕੋਈ ਬਹੁਤੀ ਖੁਸ਼ੀ ਨਹੀਂ। ਇਹ ਕਹਿ ਦਿੱਤਾ ਪਰਮਾਤਮਾ ਤੇਰੀ ਦਾਤ ਹੈ। ਜੇ ਕਿਤੇ ਸਿੱਖ ਦਾ ਚੜ੍ਹਦੀ ਜਵਾਨੀ ਵਿੱਚ ਪੁੱਤਰ ਗੁਜ਼ਰ ਜਾਏ, ਘਰ ਵਿੱਚ ਕੋਈ ਸੋਗ ਪੈ ਜਾਏ, ਤਾਂ ਵੀ ਸਿੱਖ ਨੇ ਪਰਮਾਤਮਾ ਨੂੰ ਉਲਾਂਭਾ ਨਾ ਦੇਣਾ। ਕਹਿਣਾ ਇਹ ਭੇ ਦਾਤ ਤੇਰੀ ਦਾਤਾਰ। ਕਹਿਣਾ ਪਰਾਈ ਅਮਾਨ ਕਿਉਂ ਰੱਖੀਆ, ਦਿੱਤਿਆਂ ਹੀ ਸੁੱਖ ਹੋਏ। ਕਿਉਂ? ਇਹ ਸੰਗਤ ਜੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਆਪਣੇ ਤਨ 'ਤੇ ਹੰਢਾ ਕੇ ਸਾਰਾ ਕੁਝ ਸਾਨੂੰ ਦੱਸ ਦਿੱਤਾ। ਸਿੱਖਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹ, ਸੁਣ ਉਹਦੇ ਜੀਵਨ ਨੂੰ। ਕੋਈ ਦੁੱਖ ਆ ਜਾਏ ਨਾ, ਖਹਿੜਾ ਨਾ ਛੱਡੇ, ਘਰ ਕਰ ਲਵੇ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚੇਤੇ ਕਰ ਲਈ। ਫਿਰ ਸਮਝ ਆ ਜਾਏਗੀ ਵੀ ਉਹਦੇ ਮੁਕਾਬਲੇ 'ਤੇ ਦੁਖੀ ਕੋਈ ਨਹੀਂ। ਕਈ ਮਹੀਨੇ ਕਿਲੇ ਨੂੰ ਘੇਰਾ ਰਹਿਣਾ, ਅੰਨ ਜਲ ਤੱਕ, ਪਾਣੀ ਤੱਕ ਦੀ ਬੂੰਦ ਨਾ ਮਿਲਣੀ। ਭੁੱਖੇ ਜਾਨਵਰਾਂ ਨੇ ਮਰਨਾ, ਘੋੜਿਆਂ ਨੇ ਮਰਨਾ, ਪ੍ਰਸਾਦੀ ਹਾਥੀ ਨੇ ਮਰਨਾ। ਅਤੇ ਸੰਗਤ ਜੀ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਨਾਲ ਸੀ। ਭੁੱਖ ਤੇ ਨੇ ਹੌਲੀ ਹੌਲੀ ਮਿਟਾ ਦਿੱਤੇ, ਮਾਰ ਦਿੱਤੇ। ਕੁਝ ਕੁ ਸਰਸਾ ਨਦੀ ਦੇ ਵਹਾਅ ਵਿੱਚ ਵਹਿ ਗਏ, ਕੁਛ ਕੁ ਨੂੰ ਦੁਸ਼ਮਣਾਂ ਨੇ ਧੋਖੇ ਨਾਲ ਮਾਰ ਦਿੱਤਾ। ਇਹ ਜੀਵਨ ਕਲੰਗੀਆਂ ਵਾਲੇ ਦਾ। ਅਤੇ ਜੇ ਚਾਹੁੰਦੇ ਉਹ ਸੁਲਾ ਸਫਾਈ ਕਰਕੇ ਆਪਣੀ ਹਿੰਡ ਛੱਡ ਦਿੰਦੇ ਵੀ ਚਲੋ ਆਪਾਂ ਕੀ ਕਿਸੇ ਦੇ ਧਰਮ ਤੋਂ ਲੈਣਾ, ਆਪਾਂ ਇਹਨਾਂ ਵਾਲਾ ਧਰਮ ਹੈ ਜਿਹੜਾ, ਉਹਦੀ ਫੱਟੀ ਵਾਰ ਮੂਹਰੇ ਲਾ ਲੈਂਦੇ ਹਾਂ ਵੀ ਭਾਈ ਇੱਥੇ ਇਹ ਧਰਮ ਵਾਲੇ ਰਹਿੰਦੇ ਨੇ। ਅਤੇ ਜੀਵਨ ਸੌਖਾ ਨਹੀਂ ਸੀ ਲੰਘਣਾ। 4 ਪੁੱਤ ਵਿਆਹੇ ਜਾਣੇ ਸੀ। ਉਹਨਾਂ ਨੂੰ ਘੋੜੀ ਚੜ੍ਹਦਿਆਂ ਮਾਵਾਂ ਦੇਖਦੀਆਂ, ਪਰ ਸੰਗਤ ਜੀ ਮਾਵਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਨਹੀਂ ਵੇਖਿਆ। ਆਖੋ ਸਤਿਨਾਮ ਸ੍ਰੀ। ਪਿਤਾ ਨੇ 2 ਪੁੱਤਰਾਂ ਦੀਆਂ ਲਾਸ਼ਾਂ ਵੇਖੀਆਂ ਨੇ, 2 ਪੁੱਤਰਾਂ ਦੇ ਸਰੀਰ ਵੇਖੇ ਨੇ, ਉਹਨਾਂ ਨੂੰ ਜੰਗ ਲੜਦਿਆਂ ਵੇਖਿਆ। ਉਹਨਾਂ ਨੂੰ ਹੱਥੀ ਥਾਪੜੇ ਦੇ ਕੇ ਘੋੜਿਆਂ 'ਤੇ ਚੜ੍ਹਾ ਕੇ ਭੇਜਿਆ, ਜਾਓ ਲਾੜੀ ਮੌਤ ਨੂੰ ਵਿਆਹ ਕੇ ਲਿਆਉਣਾ। ਅਤੇ ਇੰਨੇ ਜਰਬਾਣੇ ਯੋਧੇ ਪੁੱਤ
ਮੌਤ ਨੂੰ ਵਿਆਹ ਕੇ ਹਟੇ। ਦੂਸਰੇ ਪਾਸੇ ਛੋਟੀ ਉਮਰ 7 ਤੇ 9 ਸਾਲ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਅਤੇ ਸਾਨੂੰ ਸਿਖਾਉਣਾ ਕੀ ਚਾਹੀਦਾ ਸੀ। 7 ਤੇ 9 ਸਾਲ ਦੀ ਉਮਰ ਵਿੱਚ ਮੈਰੀ ਨੂੰ ਹਿੱਕ ਠੋਕ ਕੇ ਜਵਾਬ ਦੇਣਾ, ਨਹੀਂ ਤੇਰਾ ਧਰਮ ਸਾਨੂੰ ਚਾਹੀਦਾ। ਆਪਣੇ ਧਰਮ ਵਿੱਚ ਭਿਖਾਰੀ ਹੋ ਕੇ ਮਰਨਾ ਚੰਗੀ ਗੱਲ ਹੈ, ਦੂਸਰੇ ਦੇ ਧਰਮ ਵਿੱਚ ਬਾਦਸ਼ਾਹ ਹੋ ਕੇ ਮਰਨ ਨਾਲੋਂ ਆਪਣੇ ਧਰਮ ਵਿੱਚ ਭਿਖਾਰੀ ਹੋ ਕੇ ਮਰ ਜਾਓ, ਤਾਂ ਵੀ ਗੁਰੂ ਗਲ ਨਾਲ ਲਾਵੇਗਾ, ਤਾਂ ਵੀ ਗੁਰੂ ਮੁਕਤੀ ਦੇ ਦੇਵੇਗਾ। ਤਾਂ ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਮਾਨ ਮੋਹ ਮੇਰ ਤੇਰ ਵਿਵਰਜਿਤ, ਇਹ ਮਾਰਗ ਖੰਡੇ ਧਾਰ ਬਹੁਤ ਔਖਾ ਹੈ। ਸਿੱਖੀ ਖੰਡਿਓਂ ਤਿੱਖੀ ਔਖੀ ਹੈ ਕਮਾਉਣੀ। ਕਹਿਣ ਮਾਤਰ ਸੌਖਾ ਹੈ, ਪਰ ਸਿੱਖੀ ਦੇ ਰਾਹ 'ਤੇ ਚੱਲਣਾ ਬੜਾ ਔਖਾ ਹੈ। ਪਰਮਾਤਮਾ ਦੇ ਨਾਮ ਨੂੰ ਜਪਣ ਵਾਲਿਆਂ ਦੀ ਨਿੰਦਿਆ ਬਹੁਤ ਜ਼ਿਆਦਾ ਹੋਵੇਗੀ। ਜਿੰਨੀ ਹੋ ਸਕਦੀ ਹੈ ਓਨੀ ਹਰ ਕੋਈ ਬਾਹ ਲਾਉਂਦਾ ਉਹਨਾਂ ਦੀ ਨਿੰਦਿਆ ਕਰੇਗਾ। ਅਤੇ ਸਤਿਗੁਰਾਂ ਨੇ ਕਿਹਾ ਸੰਤ ਕਾ ਨਿੰਦਕ ਮਹਾ ਅਤਿਤਾਈ, ਸੰਤ ਕਾ ਨਿੰਦਕ ਕਿਨ ਟਿਕਨ ਨਾ ਪਾਈ। ਸਾਧੂ ਸੰਤਾਂ ਦੀ, ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਜੋ ਨਿੰਦਿਆ ਕਰਦਾ ਉਹ ਕਿਤੇ ਵੀ ਨਹੀਂ ਟਿਕੇਗਾ। ਕੋਈ ਉਹਨੂੰ ਇੱਕ ਜੂਨ ਨਹੀਂ ਮਿਲੇਗੀ, ਉਹ ਜਨਮਾਂ ਜਨਮਾਂਤਰਾਂ ਦੇ ਵਿੱਚ ਭਟਕਦਾ ਫਿਰੇਗਾ। ਕਹੋ ਨਾਨਕ ਤਿਨ ਭਵ ਜਲ ਤਰਿਅਲੇ, ਪ੍ਰਭ ਕਿਰਪਾ ਸੰਤ ਸੰਘਾਰ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਿਮ ਪੰਕਤੀਆਂ ਵਿੱਚ ਕਹਿੰਦੇ ਹਨ, ਉਸ ਮਨੁੱਖ ਨੇ ਸੰਸਾਰ ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗ ਵਿੱਚ ਨਿਵਾਸ ਰੱਖਦਾ ਹੈ। ਸਮਝੋ ਆਪਾਂ ਰੋਜ਼ ਦੇ ਸਤਸੰਗੀ ਹਾਂ। ਜੇ ਅਸੀਂ ਰੋਜ਼ ਦੀ ਸਤਸੰਗ ਨੂੰ ਆਪਣੇ ਜੀਵਨ ਵਿੱਚ ਜਗ੍ਹਾ ਦੇ ਦਿੱਤੀ, ਭਾਵ ਅਮਲ ਕਰ ਲਿਆ ਗੁਰੂ ਦੇ ਕਹੇ 'ਤੇ, ਗੁਰੂ ਸਾਹਿਬ ਨੇ ਅੱਜ ਸਾਨੂੰ ਕੀ ਸਮਝਾਇਆ ਉਹ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਦੀ ਸਿੱਖਿਆ ਆਪਣੇ ਜੀਵਨ ਵਿੱਚ ਟਿਕਾ ਲਈ, ਤਾਂ ਸਤਿਗੁਰੂ ਜੀ ਕਹਿੰਦੇ ਸਮਝੋ ਉਹ ਭਵ ਸਾਗਰ ਤੋਂ ਤਰ ਗਏ। ਉਹਨਾਂ ਦਾ ਜੀਵਨ ਹੈ ਜਿਹੜਾ ਬਹੁਤ ਸੋਹਣਾ ਅਤੇ ਬੇਸ਼ੁਮਾਰ ਹੋ ਗਿਆ। ਐਸੇ ਜੀਵਨ ਜਿਉਣ ਵਾਲਿਆਂ ਦੀ ਤੇ ਸਤਿਗੁਰੂ ਵੀ ਕਹਿੰਦੇ ਨੇ ਚਰਨ ਧੂੜ ਮਿਲ ਜਾਏ ਅਤੇ ਜੀਵਨ ਦਾ ਭਲਾ ਹੋ ਜਾਂਦਾ। ਤਾਂ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਵਿਚਾਰ ਸਮਾਪਤ ਹੋਈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਅੱਜ 24ਵਾਂ ਹੁਕਮ ਹੈ ਜਿਹੜਾ, ਉਹ ਹੈ ਸਤਿਗੁਰੂ ਜੀ ਕਹਿੰਦੇ ਸ਼ੁਭ ਕਰਮ ਹੈ ਜਿਹੜੇ ਮਨੁੱਖ ਨੇ ਕਰਦੇ ਰਹਿਣਾ। ਸ਼ੁਭ ਕਰਮ ਭਾਵ ਚੰਗੇ ਕਰਮ, ਚੰਗੇ ਕਰਮਾਂ ਤੋਂ ਕਦੇ ਵੀ ਮੁੱਖ ਨਾ ਮੋੜਨਾ। ਅਤੇ ਚੰਗੇ ਕਰਮ ਜਿਵੇਂ ਗੁਰੂ ਘਰ ਸੇਵਾ ਚੱਲਦੀ ਹੈ, ਲੰਗਰ ਚੱਲਦਾ, ਠੰਡੇ ਮਿੱਠੇ ਜਲ ਦੀ ਛਬੀਲ ਲੱਗੀ ਹੈ, ਉਹਦੇ ਉੱਪਰ ਸੇਵਾ ਕਰਨੀ। ਸੇਵਾ ਇਸ ਤਰ੍ਹਾਂ ਦੀ ਨਾ ਹੋਵੇ ਵੀ ਘਰੇ ਤੇ ਬੇਬੇ ਬਾਪੂ ਨੂੰ ਪਾਣੀ ਨਹੀਂ ਪਿਆਇਆ ਅਤੇ ਗੁਰਦੁਆਰੇ ਆ ਕੇ ਹੱਥਾਂ 'ਚੋਂ ਭਾਂਡੇ ਖੋਹਦਾ ਫਿਰਦਾ ਵੀ ਮੈਂ ਸੇਵਾ ਕਰਨੀ ਹੈ। ਇਸ ਤਰ੍ਹਾਂ ਦੀ ਸੇਵਾ ਨਹੀਂ। ਪਹਿਲਾਂ ਆਪਣੇ ਘਰ ਗ੍ਰਹਿ ਨੂੰ ਸਾਂਭਣਾ, ਫਿਰ ਬਾਹਰ ਦੂਸਰਿਆਂ ਦੇ ਪ੍ਰਤੀ ਆ ਕੇ ਖੜ੍ਹਨਾ, ਸੇਵਾ ਕਰਨੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾ, ਉਹਨਾਂ ਨੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਰਹੋ ਵਿਚਾਰ। ਗੁਰੂ ਸਾਹਿਬ ਕਿਰਪਾ ਕਰਨ। ਸੇਵਾ ਦੇ ਬਾਬਤ, ਸੇਵਾ ਦੇ ਪ੍ਰਥਾਏ ਕਿਤੇ ਫਿਰ ਵਿਚਾਰ ਕਰਾਂਗੇ। ਅਰਦਾਸ ਬੇਨਤੀ ਦਾ ਸਮਾਂ ਹੋਇਆ। ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਅਤੇ ਗੁਰੂ ਅਤੇ ਸੰਗਤ ਬਖਸ਼ਣਹਾਰ। ਸਮੂਹ ਸੰਗਤ ਲਵਾਓ ਹਾਜ਼ਰੀ। ਆਨੰਦ ਸਾਹਿਬ ਦਾ ਜਾਪ ਆਪਾਂ ਸਾਰੇ ਹੀ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ।